ਜ਼ਰਾ ਸੋਚੋ, 5000 ਖਾਲੀ ਸੀਟਾਂ ਅਤੇ ਹਰ ਮਹੀਨੇ ਪੂਰੇ 15000 ਰੁਪਏ ਦਾ ਪੱਕਾ ਸਟਾਈਪੈਂਡ। ਬੈਂਕਿੰਗ ਸੈਕਟਰ ਵਿੱਚ ਆਪਣਾ ਕੈਰੀਅਰ ਸ਼ੁਰੂ ਕਰਨ ਦਾ ਸੁਪਨਾ ਦੇਖਣ ਵਾਲੇ ਉਮੀਦਵਾਰਾਂ ਲਈ ਇਹ ਅੰਕੜੇ ਸਿਰਫ ਨੰਬਰ ਨਹੀਂ ਹਨ, ਇਹ ਅਸਲ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਮੌਕੇ ਵੱਲ ਇਸ਼ਾਰਾ ਕਰ ਰਹੇ ਹਨ। ਇਹ ਹਜ਼ਾਰਾਂ ਨੌਜਵਾਨਾਂ ਲਈ ਵਿੱਤੀ ਖੇਤਰ ਵਿੱਚ ਆਪਣਾ ਪਹਿਲਾ ਕਦਮ ਰੱਖਣ ਦਾ ਇੱਕ ਬਹੁਤ ਵੱਡਾ ਦਰਵਾਜ਼ਾ ਹੈ। ਅੱਜ ਦੀ ਇਸ ਖਾਸ ਚਰਚਾ ਵਿੱਚ ਆਪਾਂ ਸਰਕਾਰ ਅਤੇ ਬੈਂਕ ਆਫ ਬੜੌਦਾ ਵੱਲੋਂ ਜਾਰੀ ਕੀਤੇ ਗਏ 19 ਪੰਨਿਆਂ ਦੇ ਇੱਕ ਕਾਫੀ ਗੁੰਝਲਦਾਰ ਨੋਟੀਫਿਕੇਸ਼ਨ ਨੂੰ ਡੀਕੋਡ ਕਰਨ ਜਾ ਰਹੇ ਹਾਂ। ਕਾਨੂੰਨੀ ਅਤੇ ਸਰਕਾਰੀ ਦਸਤਾਵੇਜ਼ ਅਕਸਰ ਕਾਫੀ ਉਲਝਾਉਣ ਵਾਲੇ ਹੁੰਦੇ ਹਨ, ਹੈ ਨਾ? ਪਰ ਫਿਕਰ ਦੀ ਕੋਈ ਗੱਲ ਨਹੀਂ, ਆਪਾਂ ਇਸ ਨੂੰ ਇੱਕ ਬਹੁਤ ਹੀ ਸਪਸ਼ਟ ਅਤੇ ਸਰਲ ਰੋਡਮੈਪ ਵਿੱਚ ਬਦਲ ਦੇਵਾਂਗੇ ਤਾਂ ਜੋ ਹਰ ਜ਼ਰੂਰੀ ਜਾਣਕਾਰੀ ਬਿਨਾਂ ਕਿਸੇ ਉਲਝਣ ਦੇ ਸਿੱਧੀ ਸਮਝ ਆ ਸਕੇ। ਕਰਦੇ ਹਾਂ ਆਪਣੇ ਪਹਿਲੇ ਹਿੱਸੇ ਤੋਂ। ਹੁਣ ਜਦੋਂ ਆਪਾਂ ਅਧਿਕਾਰਿਤ ਨੋਟੀਫਿਕੇਸ਼ਨ ਵੱਲ ਦੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਜਿਹੜੀ ਚੀਜ਼ ਧਿਆਨ ਖਿੱਚਦੀ ਹੈ ਉਹ ਹੈ ਰਜਿਸਟ੍ਰੇਸ਼ਨ ਦਾ ਸਮਾਂ। ਇਹ ਵਿੰਡੋ ਸਿਰਫ 19 ਮਈ ਤੋਂ 8 ਜੂਨ 2026 ਤੱਕ ਹੀ ਖੁੱਲੀ ਰਹੇਗੀ, ਮਤਲਬ ਕਿ ਇਹਨਾਂ ਤਾਰੀਖਾਂ ਵਿੱਚ ਕੋਈ ਵੀ ਬਦਲਾਵ ਨਹੀਂ ਹੋਣਾ। ਇਸ ਲਈ ਸਮੇਂ ਸਿਰ ਕਾਰਵਾਈ ਕਰਨਾ ਬਿਲਕੁਲ ਲਾਜ਼ਮੀ ਹੈ। ਇੱਥੇ ਕੋਈ ਢਿੱਲ ਨਹੀਂ ਚੱਲਣੀ। ਯੋਗਤਾ ਅਤੇ ਸ਼ਰਤਾਂ। ਉਮਰ ਦੀਆਂ ਸ਼ਰਤਾਂ ਦੀ ਗੱਲ ਕਰੀਏ ਤਾਂ ਜਨਰਲ ਸ਼੍ਰੇਣੀ ਲਈ ਇਹ ਦਾਇਰਾ 20 ਤੋਂ 28 ਸਾਲ ਰੱਖਿਆ ਗਿਆ ਹੈ, ਪਰ ਰਾਖਵੀਆਂ ਸ਼੍ਰੇਣੀਆਂ ਲਈ ਕਾਫੀ ਵੱਡੀ ਰਾਹਤ ਵੀ ਮੌਜੂਦ ਹੈ, ਜਿਵੇਂ ਕਿ SC ਅਤੇ ST ਉਮੀਦਵਾਰਾਂ ਲਈ 5 ਸਾਲ ਦੀ ਛੋਟ ਹੈ, OBC ਲਈ 3 ਸਾਲ ਅਤੇ PWD ਉਮੀਦਵਾਰਾਂ ਲਈ ਪੂਰੇ 15 ਸਾਲ ਤੱਕ ਦੀ ਛੋਟ ਦਿੱਤੀ ਗਈ ਹੈ। ਸਭ ਤੋਂ ਜ਼ਰੂਰੀ ਗੱਲ ਇਹ ਯਾਦ ਰੱਖਣ ਵਾਲੀ ਹੈ ਕਿ ਉਮਰ ਦੀ ਗਣਨਾ ਕਰਨ ਦੀ ਪੱਕੀ ਕਟ ਆਫ ਤਾਰੀਖ 1 ਮਈ 2026 ਹੈ। ਇਸ ਤਾਰੀਖ ਤੋਂ ਬਾਅਦ ਕੋਈ ਵੀ ਬਦਲਾਅ ਮਨਜ਼ੂਰ ਨਹੀਂ ਹੋਵੇਗਾ। ਹੁਣ ਇੱਥੇ ਕੁਝ ਗਲਤਫਹਿਮੀਆਂ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ। ਕਈਆਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਮੌਕਾ ਤਜਰਬੇਕਾਰ ਲੋਕਾਂ ਲਈ ਹੈ। ਬਿਲਕੁਲ ਵੀ ਨਹੀਂ, ਇਹ ਪੂਰੀ ਤਰ੍ਹਾਂ ਨਾਲ ਤਾਜ਼ਾ ਗ੍ਰੈਜੂਏਟਾਂ ਲਈ ਇੱਕ ਐਂਟਰੀ ਲੈਵਲ ਮੌਕਾ ਹੈ। ਉਮੀਦਵਾਰ ਕੋਲ ਮਾਨਤਾ ਪ੍ਰਾਪਤ ਗ੍ਰੈਜੂਏਸ਼ਨ ਡਿਗਰੀ ਹੋਣੀ ਲਾਜ਼ਮੀ ਹੈ, ਉਸਨੇ ਪਹਿਲਾਂ ਕੋਈ ਵੀ ਅਪ੍ਰੈਂਟਿਸਸ਼ਿਪ ਨਾ ਕੀਤੀ ਹੋਵੇ ਅਤੇ ਕੰਮ ਦਾ ਤਜਰਬਾ 1 ਸਾਲ ਤੋਂ ਵੱਧ ਦਾ ਬਿਲਕੁਲ ਨਹੀਂ ਹੋਣਾ ਚਾਹੀਦਾ। ਨਾਲ ਹੀ ਜਿਹੜੇ ਉਮੀਦਵਾਰ ਨੈਟਸ ਤੇ ਰਜਿਸਟਰਡ ਹਨ, ਉਹਨਾਂ ਦੀ ਡਿਗਰੀ 1 ਮਈ 2026 ਤੋਂ ਪਿਛਲੇ 4 ਸਾਲਾਂ ਦੇ ਅੰਦਰ ਹੀ ਮੁਕੰਮਲ ਹੋਣੀ ਚਾਹੀਦੀ ਹੈ। ਇਹ ਬਹੁਤ ਹੀ ਸਖਤ ਸ਼ਰਤਾਂ ਹਨ। ਹੁਣ ਆਉਂਦੇ ਹਾਂ ਆਪਣੇ ਤੀਜੇ ਹਿੱਸੇ ਤੇ, ਅਰਜ਼ੀ ਪ੍ਰਕਿਰਿਆ ਕਦਮ ਦਰ ਕਦਮ। ਅਰਜ਼ੀ ਦੇਣ ਦਾ ਇਹ ਸਫ਼ਰ ਇੱਕ ਖਾਸ ਕ੍ਰਮ ਵਿੱਚ ਹੀ ਤੈਅ ਕਰਨਾ ਪਵੇਗਾ। ਸਭ ਤੋਂ ਪਹਿਲਾਂ ਅਤੇ ਲਾਜ਼ਮੀ ਕਦਮ ਹੈ NATS ਜਾਂ NAPS ਸਰਕਾਰੀ ਪੋਰਟਲ ਤੇ ਰਜਿਸਟਰ ਕਰਨਾ। ਉੱਥੋਂ ਇੱਕ ਸੱਦਾ ਈਮੇਲ ਆਵੇਗੀ ਜੋ ਉਮੀਦਵਾਰ ਨੂੰ ਮੁੱਖ ਫਾਰਮ ਵੱਲ ਲੈ ਜਾਵੇਗੀ ਅਤੇ ਅਖੀਰ ਵਿੱਚ ਆਨਲਾਈਨ ਫੀਸ ਭਰੀ ਜਾਵੇਗੀ। ਇੱਥੇ ਇੱਕ ਗੱਲ ਪੱਲੇ ਬੰਨ੍ਹ ਲੈਣ ਵਾਲੀ ਹੈ, ਜੇਕਰ ਪਹਿਲੇ ਕਦਮ ਯਾਨੀ ਸਰਕਾਰੀ ਪੋਰਟਲ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਰਜ਼ੀ ਉਸੇ ਵੇਲੇ ਰੱਦ ਹੋ ਜਾਵੇਗੀ। ਇਹ ਪੂਰੀ ਤਰ੍ਹਾਂ ਨਾਲ ਲਾਜ਼ਮੀ ਹੈ। ਜੇਕਰ ਫੀਸ ਦੇ ਢਾਂਚੇ ਵੱਲ ਝਾਤ ਮਾਰੀਏ ਤਾਂ ਇਹ ਸ਼੍ਰੇਣੀ ਅਤੇ ਲਿੰਗ ਦੇ ਹਿਸਾਬ ਨਾਲ ਵੱਖਰਾ ਹੈ। SC, ST ਅਤੇ PWBD ਲਈ ਇਹ ਮਹਿਜ਼ 200 ਰੁਪਏ ਹੈ। ਜਨਰਲ, EWS ਅਤੇ OBC ਔਰਤਾਂ ਲਈ 600 ਰੁਪਏ ਅਤੇ ਇਸੇ ਸ਼੍ਰੇਣੀ ਦੇ ਮਰਦਾਂ ਲਈ 800 ਰੁਪਏ ਤੈਅ ਕੀਤੀ ਗਈ ਹੈ। ਇਹ ਫੀਸ BFSI SSC ਨੂੰ ਦਿੱਤੀ ਜਾਣੀ ਹੈ ਅਤੇ ਸਭ ਤੋਂ ਵੱਡੀ ਗੱਲ, ਇਹ ਪੂਰੀ ਤਰ੍ਹਾਂ ਨਾਨ ਰਿਫੰਡੇਬਲ ਹੈ। ਭਾਵ ਚਾਹੇ ਪ੍ਰੀਖਿਆ ਹੋਵੇ ਜਾਂ ਨਾ ਹੋਵੇ, ਚੋਣ ਹੋਵੇ ਜਾਂ ਨਾ ਹੋਵੇ, ਪੈਸੇ ਵਾਪਸ ਨਹੀਂ ਹੋਣਗੇ। ਚਲੋ ਹੁਣ ਚੌਥੇ ਹਿੱਸੇ ਵੱਲ ਰੁਖ ਕਰਦੇ ਹਾਂ। ਪ੍ਰੀਖਿਆਵਾਂ ਅਤੇ ਚੋਣ ਪੜਾਅ ਕਿਵੇਂ ਪਾਰ ਕਰਨੇ ਹਨ। ਅਸਲ ਚੁਣੌਤੀ ਸ਼ੁਰੂ ਹੁੰਦੀ ਹੈ ਇੱਥੋਂ। 100 ਅੰਕਾਂ ਵਾਲੀ ਆਨਲਾਈਨ ਪ੍ਰੀਖਿਆ ਬਿਲਕੁਲ ਬਰਾਬਰ ਦੇ 4 ਹਿੱਸਿਆਂ ਵਿੱਚ ਵੰਡੀ ਗਈ ਹੈ। 25-25 ਅੰਕਾਂ ਦੇ ਇਹ ਹਿੱਸੇ ਹਨ: ਵਿੱਤੀ ਜਾਗਰੂਕਤਾ, ਗਣਿਤ, ਕੰਪਿਊਟਰ ਅਤੇ ਜਨਰਲ ਅੰਗਰੇਜ਼ੀ। ਇਹ ਪ੍ਰੀਖਿਆ ਰਿਮੋਟ ਪ੍ਰੋਕਟਰਡ ਹੋਵੇਗੀ, ਯਾਨੀ ਉਮੀਦਵਾਰ ਘਰ ਬੈਠੇ ਕੈਮਰੇ ਦੀ ਨਿਗਰਾਨੀ ਹੇਠ ਇਸ ਨੂੰ ਦੇ ਸਕਣਗੇ। ਪਰ ਰੁਕੋ, ਇੱਥੇ ਇੱਕ ਬਹੁਤ ਹੀ ਕਮਾਲ ਦੀ ਅਤੇ ਰਾਹਤ ਦੇਣ ਵਾਲੀ ਖਬਰ ਹੈ। ਇਸ ਪ੍ਰੀਖਿਆ ਵਿੱਚ ਗਲਤ ਜਵਾਬਾਂ ਲਈ ਬਿਲਕੁਲ ਵੀ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈ ਨਾ? ਸ਼ਾਨਦਾਰ ਗੱਲ। ਆਨਲਾਈਨ ਪ੍ਰੀਖਿਆ ਦਾ ਸਿਰਫ ਪਹਿਲਾ ਪੜਾਅ ਹੈ। ਇਸ ਨੂੰ ਪਾਰ ਕਰਨ ਤੋਂ ਬਾਅਦ ਵਾਰੀ ਆਂਦੀ ਹੈ ਦਸਤਾਵੇਜ਼ਾਂ ਦੀ ਤਸਦੀਕ ਦੀ। ਫਿਰ ਸਥਾਨਕ ਭਾਸ਼ਾ ਦਾ ਟੈਸਟ ਹੁੰਦਾ ਹੈ ਅਤੇ ਅਖੀਰ ਵਿੱਚ ਮੈਡੀਕਲ ਫਿਟਨੈਸ ਚੈੱਕ ਕੀਤੀ ਜਾਂਦੀ ਹੈ। ਹੁਣ ਇੱਥੇ ਇੱਕ ਛੋਟੀ ਜਿਹੀ ਚੇਤਾਵਨੀ ਹੈ। ਦਸਤਾਵੇਜ਼ਾਂ ਦੀ ਤਸਦੀਕ ਅਤੇ ਭਾਸ਼ਾ ਟੈਸਟ ਲਈ ਸਫ਼ਰ ਦਾ ਸਾਰਾ ਖਰਚਾ ਉਮੀਦਵਾਰ ਨੂੰ ਆਪਣੀ ਜੇਬ ਵਿੱਚੋਂ ਹੀ ਕਰਨਾ ਪਵੇਗਾ। ਬੈਂਕ ਵੱਲੋਂ ਕੋਈ ਪੈਸਾ ਨਹੀਂ ਮਿਲੇਗਾ। ਸਥਾਨਿਕ ਭਾਸ਼ਾ ਵਾਲੇ ਪੜਾਅ ਦੀ ਜੇਕਰ ਥੋੜੀ ਹੋਰ ਡੂੰਘਾਈ ਨਾਲ ਗੱਲ ਕਰੀਏ ਤਾਂ ਇਹ ਬਹੁਤ ਸਖਤ ਨਿਯਮ ਹੈ। ਜੇਕਰ ਅਰਜ਼ੀ ਦੇਣ ਵਾਲੇ ਨੇ ਆਪਣੀ 10ਵੀਂ ਜਾਂ 12ਵੀਂ ਜਮਾਤ ਵਿੱਚ ਚੁਣੇ ਗਏ ਰਾਜ ਦੀ ਸਥਾਨਕ ਭਾਸ਼ਾ ਨਹੀਂ ਪੜ੍ਹੀ ਤਾਂ ਉਸ ਨੂੰ ਇਹ ਮੁਹਾਰਤ ਦਾ ਟੈਸਟ ਹਰ ਹਾਲ ਵਿੱਚ ਦੇਣਾ ਪਵੇਗਾ। ਅਤੇ ਸੱਚਾਈ ਇਹ ਹੈ ਕਿ ਇਸ ਟੈਸਟ ਵਿੱਚ ਫੇਲ ਹੋਣ ਦਾ ਸਿੱਧਾ ਮਤਲਬ ਹੈ ਅਪ੍ਰੈਂਟਿਸਸ਼ਿਪ ਦੀ ਦੌੜ ਵਿੱਚੋਂ ਬਾਹਰ ਹੋ ਜਾਣਾ। ਕੋਈ ਦੂਜਾ ਮੌਕਾ ਨਹੀਂ ਮਿਲੇਗਾ। ਅਤੇ ਹੁਣ ਆਪਾਂ ਪਹੁੰਚ ਗਏ ਹਾਂ ਆਪਣੇ ਆਖਰੀ ਅਤੇ ਸਭ ਤੋਂ ਅਹਿਮ ਹਿੱਸੇ ਤੇ, ਜ਼ਰੂਰੀ ਨਿਯਮ ਅਤੇ ਸ਼ਰਤਾਂ। ਬਾਰੀਕ ਨਿਯਮ। ਸਰਕਾਰੀ ਦਸਤਾਵੇਜ਼ ਦੇ ਬਿਲਕੁਲ ਸਪਸ਼ਟ ਸ਼ਬਦਾਂ ਵਿੱਚ ਲਿਖਿਆ ਹੈ ਕਿ ਹਰ ਅਪ੍ਰੈਂਟਿਸ ਹਰ ਮਕਸਦ ਲਈ ਸਿਰਫ ਇੱਕ ਸਿੱਖਿਆਰਥੀ ਯਾਨੀ ਟ੍ਰੇਨੀ ਹੀ ਹੋਵੇਗਾ। ਕਾਨੂੰਨੀ ਤੌਰ ਤੇ ਉਹਨਾਂ ਨੂੰ ਬੈਂਕ ਦਾ ਕਰਮਚਾਰੀ ਬਿਲਕੁਲ ਨਹੀਂ ਮੰਨਿਆ ਜਾਵੇਗਾ। ਇਸ ਦਾ ਸਿੱਧਾ ਜਿਹਾ ਅਰਥ ਇਹ ਹੈ ਕਿ ਰੈਗੂਲਰ ਬੈਂਕ ਮੁਲਾਜ਼ਮਾਂ ਨੂੰ ਮਿਲਣ ਵਾਲੇ ਭੱਤੇ, ਬੋਨਸ ਜਾਂ ਫਾਇਦੇ ਅਪ੍ਰੈਂਟਿਸਾਂ ਤੇ ਲਾਗੂ ਨਹੀਂ ਹੋਣਗੇ। ਇਹ ਗੱਲ ਪਹਿਲਾਂ ਹੀ ਸਾਫ਼ ਕਰ ਲੈਣੀ ਚੰਗੀ ਹੈ।
ਇਕਰਾਰਨਾਮੇ ਦੀਆਂ ਅੰਤਿਮ ਸ਼ਰਤਾਂ ਵੱਲ ਦੇਖੀਏ ਤਾਂ ਇਹ ਸਿਖਲਾਈ ਸਿਰਫ ਅਤੇ ਸਿਰਫ 1 ਸਾਲ ਲਈ ਹੈ। ਠੀਕ 1 ਸਾਲ ਬਾਅਦ ਉਮੀਦਵਾਰ ਆਪਣੇ ਆਪ ਰਿਲੀਵ ਹੋ ਜਾਣਗੇ। ਬੇਸ਼ੱਕ ਇਹ ਇੱਕ ਬਹੁਤ ਹੀ ਸ਼ਾਨਦਾਰ ਅਨੁਭਵ ਅਤੇ ਵਜ਼ੀਫਾ ਦਿੰਦਾ ਹੈ, ਪਰ ਕਾਨੂੰਨੀ ਤੌਰ ਤੇ ਕੋਈ ਵੀ ਉਮੀਦਵਾਰ ਪੱਕੀ ਨੌਕਰੀ ਦਾ ਦਾਅਵਾ ਨਹੀਂ ਕਰ ਸਕਦਾ। ਨਾਲ ਹੀ ਅਪ੍ਰੈਂਟਿਸਾਂ ਨੂੰ ਕਿਸੇ ਵੀ ਟ੍ਰੇਡ ਯੂਨੀਅਨ ਦਾ ਹਿੱਸਾ ਬਣਨ ਦੀ ਸਖਤ ਮਨਾਹੀ ਹੈ ਅਤੇ ਹਾਂ, ਜੇਕਰ ਕਿਸੇ ਵੀ ਤਰ੍ਹਾਂ ਦੇ ਦੁਰਵਿਹਾਰ ਦੀ ਸ਼ਿਕਾਇਤ ਮਿਲਦੀ ਹੈ ਤਾਂ ਇਹ ਕੰਟਰੈਕਟ ਬਿਨਾਂ ਕਿਸੇ ਨੋਟਿਸ ਦੇ ਤੁਰੰਤ ਰੱਦ ਕੀਤਾ ਜਾ ਸਕਦਾ ਹੈ।